ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਸ਼ਨ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਮੌਸਮ ਕਾਫੀ ਮਿਹਰਬਾਨ ਹੋਇਆ ਪਿਆ। ਯਾਨੀ ਕਿ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਬੱਦਲਵਾਈ ਹੋਈ ਹੈ। ਹਾਲਾਂਕਿ ਬਹੁਤ ਤੇਜ਼ ਮੀਂਹ ਨਹੀਂ ਪਿਆ, ਪਰ ਕੁਝ ਇੱਕ ਥਾਵਾਂ ਦੇ ਉੱਤੇ ਛਿੱਟੇ ਜਿਹੇ ਪਏ ਆ। ਪਰ ਪਿਛਲੇ ਦਿਨੀ ਨਾਭਾ ਖੇਤਰ ਦੇ ਵਿੱਚ ਵਾਹਵਾ ਮੀਂਹ ਪੈ ਗਿਆ, ਜਿਹਦੇ ਕਰਕੇ ਕਣਕ ਦੀ ਫਸਲ ਦੇ ਉੱਤੇ ਬਹੁਤ ਵੱਡਾ ਅਸਰ ਪਿਆ। ਕਿਸਾਨ ਭਰਾਵਾਂ ਦਾ ਇਹ ਕਹਿਣਾ ਜੀ ਕਿ ਝਾੜ ਘਟ ਸਕਦਾ ਤੇ ਸਰਕਾਰ ਸਾਡੀ ਮਦਦ ਕਰਨੀ ਵੀ ਚਾਹੀਦੀ ਹੈ, ਜੇਕਰ ਸਰਕਾਰ ਕਿਸਾਨਾਂ ਦੀ ਪੀੜ ਨੂੰ ਆਪਣੀ ਪੀੜ ਸਮਝੇ ਤਾਂ। ਪਰ ਇਸ ਬਦਲਵਾਈ ਦੇ ਕਰਕੇ ਮਾੜਾ ਮੋਟਾ ਜਿਹਾ ਜਿਸ ਤਰੀਕੇ ਦੇ ਨਾਲ ਦੁਆਬੇ ਦੇ ਵਿੱਚ ਕਈ ਹੋਰ ਥਾਵਾਂ ਦੇ ਉੱਤੇ ਸਿੱਲ ਜੀ ਵਾਲਾ ਮੌਸਮ ਬਣਿਆ, ਇਹਦੇ ਕਰਕੇ ਥੋੜ੍ਹਾ ਜਿਹਾ ਪਾਰਾ ਡਿੱਗਿਆ। ਕਿਉਂਕਿ ਪਾਰਾ ਜਿਸ ਤਰੀਕੇ ਨਾਲ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਸੀ, ਉਹਦੇ ਕਰਕੇ ਇਉਂ ਜਾਪਦਾ ਸੀ ਕਿ ਇਹ ਜੇਠ ਹਾੜ੍ਹ ਦੇ ਵਿੱਚ ਤਾਂ ਲਗਾਤਾਰ 47-48 ਡਿਗਰੀ ਤੱਕ ਤਾਪਮਾਨ ਰਹਿਣਾ, ਪਰ 2 ਤੋਂ ਲੈ ਕੇ 4 ਡਿਗਰੀ ਤੱਕ ਪਾਰਾ ਥੱਲੇ ਆਇਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟੇ ਦੇ ਵਿੱਚ ਵੀ ਬੱਦਲਵਾਈ ਰਹਿਣੀ ਹੈ। ਕੁਝ ਥਾਵਾਂ ਦੇ ਉੱਤੇ ਤੇਜ਼ ਹਨੇਰੀ ਵੀ ਚੱਲ ਸਕਦੀ ਹੈ ਤੇ ਮੀਂਹ ਕਣੀ ਦੀ ਸੰਭਾਵਨਾ ਵੀ ਹੈਗੀ ਹੈ ਹਾਲ ਦੀ ਘੜੀ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਕਰੋਨਾ ਦੀ ਹਾਲ ਬਿਆਨੀ ਕਰਨੀ ਹੋਵੇ, ਪੰਜਾਬ ਦੇ ਵਿੱਚ ਲੰਘੇ ਕੱਲ੍ਹ ਦੇ ਵਿੱਚ 53 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਸਿਰਫ ਕਰੋਨਾ ਦੇ ਕਰਕੇ। 2319 ਨਵੇਂ ਕੇਸ ਆਏ ਆ, ਇਹਦੇ ਬਾਬਤ ਜਾਣਕਾਰੀ ਮਿਲੀ ਹੈ। ਸਰਕਾਰ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਨੂੰ ਇਹਤਿਆਤ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਲੋਕ ਅੱਗੋਂ ਇਹ ਸਵਾਲ ਕਰਦੇ ਆ ਵੀ ਰਾਤ ਨੂੰ ਸੜਕਾਂ ਸੁੰਨੀਆਂ ਪਈਆਂ, 9 ਤੋਂ ਲੈ ਕੇ 5 ਵਜੇ ਤੱਕ ਕਿਹੜੇ ਬਾਜ਼ਾਰ ਖੁੱਲ੍ਹਦੇ ਆ, ਆਪਾਂ ਕਹਿੰਦੇ ਵੀ ਕਰਫਿਊ ਲਾ ਦਿੱਤਾ। ਤੁਸੀਂ ਇਹ ਗੱਲ ਕਹਿੰਦੇ ਜੀ ਕਿ ਬਾਕੀ ਸਭ ਕੁਝ ਠੀਕ ਹੈ, ਬਾਕੀ ਧਾਰਮਿਕ ਥਾਵਾਂ 'ਤੇ ਲੋਕ ਜਾਣ, ਰੈਲੀਆਂ ਜਿੰਨੀਆਂ ਮਰਜ਼ੀ ਹੋਈ ਜਾਣ, ਬਾਜ਼ਾਰਾਂ 'ਚ ਜਿੰਨੀ ਮਰਜ਼ੀ ਭੀੜ ਹੋਵੇ, ਬੱਸਾਂ ਦੇ ਵਿੱਚ ਜਿੰਨੀ ਮਰਜ਼ੀ ਭੀੜ ਹੋਵੇ, ਬੱਸ ਅੱਡਿਆਂ ਦੇ ਉੱਤੇ ਜਿੰਨੀ ਮਰਜ਼ੀ ਭੀੜ ਹੋਵੇ, ਪਰ ਗੱਲ ਤੁਸੀਂ ਕਹਿੰਦੇ ਜੀ ਕਿ ਅਸੀਂ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ। ਸੋ ਇਹ ਤੁੱਕ ਹੀ ਬਣਦੀ ਹੈ ਕਿ ਕਰੋਨਾ ਇੰਨਾ ਸਿਆਣਾ ਹੋ ਚੁੱਕਿਆ ਵੀ ਰਾਜਨੀਤਿਕ ਲੋਕਾਂ ਦੀਆਂ ਰੈਲੀਆਂ ਦੇ ਵਿੱਚ ਜਾਂਦਾ ਨਹੀਂ ਗਾ ਅਤੇ ਬਾਕੀ ਹਰ ਥਾਂ ਦੇ ਉੱਤੇ ਫਿਰਦਾ, ਜਾਂ ਉਹ ਰਾਤ ਨੂੰ ਹੀ ਬਾਹਰ ਨਿਕਲਦਾ ਅਤੇ ਦਿਨ ਦੇ ਵੇਲੇ ਕਿਸੇ ਉੱਤੇ ਹਮਲਾ ਨਹੀਂ ਕਰਦਾ। ਲੋਕਾਂ ਦੇ ਮਨ ਵਿੱਚ 100 ਕਿਸਮ ਦੇ ਸਵਾਲ ਹੈਗੇ ਆ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਲਗਾਤਾਰ ਕਿਸਾਨ ਅੰਦੋਲਨ ਭਖਿਆ ਹੋਇਆ। ਕੁਝ ਇੱਕ ਲੋਕਾਂ ਦਾ ਇਹ ਪ੍ਰਚਾਰ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੜ੍ਹਿਆ ਅਤੇ ਉਸ ਪ੍ਰਚਾਰ ਨੂੰ ਰੋਕਣ ਦੀ ਲੋੜ ਹੈ, ਠੱਲ ਪਾਉਣ ਦੀ ਲੋੜ ਹੈ, ਕਿਉਂਕਿ ਇਹ ਗੱਲ ਕਹੀ ਜਾ ਰਹੀ ਆ ਉੱਥੇ ਰਸ਼ ਬਹੁਤ ਘਟ ਗਿਆ ਹੈ, ਉੱਥੇ ਕੋਈ ਦਿਸਦਾ ਨਹੀਂ ਹੈ, ਹੁਣ ਤਾਂ ਪੰਡਾਲ ਸੁੰਨੇ ਪਏ ਹਨ, ਲੋਕ ਘਰਾਂ ਨੂੰ ਵਾਪਸ ਮੁੜ ਆਏ ਹਨ। ਬੇਨਤੀ ਇਹ ਹੈ ਵੀ 4 ਮਹੀਨੇ ਜੇਕਰ ਤੁਸੀਂ 7 ਸਟਾਰ ਹੋਟਲ ਦੇ ਵਿੱਚ ਵੀ ਬੈਠੋ ਤਾਂ ਵੀ ਉੱਥੇ ਕਹੋ ਜੀ ਕਿ ਹੁਣ ਮੈਂ ਆਪਣੇ ਘਰਾਂ ਨੂੰ ਜਾਣਾ। ਅਤੇ ਜੇਕਰ ਵਾਢੀ ਦੇ ਕਰਕੇ, ਇਹਨਾਂ ਦਿਨਾਂ ਦੇ ਕਰਕੇ ਲੋਕ ਵਾਪਸ ਆਪਣੇ ਘਰਾਂ ਨੂੰ ਥੋੜ੍ਹੇ ਚਿਰ ਲਈ ਆਏ ਵੀ ਹੈ, ਤਾਂ ਇਸ ਗੱਲ ਨੂੰ ਪੜੁੱਲ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ, ਸਗੋਂ ਕਿਸਾਨ ਦੇ ਸਿਰ ਨੂੰ ਸਲਾਮ ਕਰਨੀ ਬਣਦੀ ਹੈ। ਹੋਰ ਕੋਈ ਨਹੀਂ ਖੜਦਾ। ਮਹਿੰਗਾਈ ਦੀ ਮਾਰ ਸਾਰਾ ਭਾਰਤ ਚੱਲ ਰਿਹਾ, ਕਿ ਕੋਈ 4 ਦਿਨ ਵੀ ਕਿਸਾਨਾਂ ਵਾਂਗੂ ਬੈਠਾ? ਕਿਸਾਨ 4 ਮਹੀਨੇ ਤੋਂ ਬੈਠੇ ਆ, ਕੋਈ 4 ਦਿਨ ਦੇ ਲਈ ਆਪਣੀ ਦੁਕਾਨ ਦਾ ਸ਼ਟਰ ਨਹੀਂ ਬੰਦ ਕਰਦਾ ਗਾ। ਇਸ ਕਰਕੇ ਜਿਹੜੇ ਬੈਠੇ ਆ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਬਣਦੀ ਹੈ। ਅੱਜ ਕਿਉਂਕਿ 23 ਤਰੀਕ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਇਸ ਕਰਕੇ ਨੌਜਵਾਨ ਵਰਗ ਲੰਘੇ ਕੱਲ੍ਹ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ 'ਤੇ ਪਹੁੰਚਣਾ ਸ਼ੁਰੂ ਹੋ ਗਿਆ। ਅੱਜ ਪੂਰਾ ਦਿਨ ਸਟੇਜ ਦੀ ਕਾਰਵਾਈ ਤੋਂ ਲੈ ਕੇ ਬਾਕੀ ਸਾਰਾ ਕੰਮਕਾਜ ਜਿਹੜਾ ਬਾਰਡਰਾਂ ਦੇ ਉੱਤੇ ਇਹ ਨੌਜਵਾਨ ਵਰਗ ਨੇ ਸੰਭਾਲਣਾ। ਅਤੇ 26 ਮਾਰਚ ਨੂੰ ਕਿਉਂਕਿ 120 ਦਿਨ ਪੂਰੇ ਹੋ ਜਾਣੇ, ਯਾਨੀ ਕਿ 4 ਮਹੀਨੇ ਪੂਰੇ ਹੋ ਜਾਣਗੇ ਕਿਸਾਨ ਅੰਦੋਲਨ ਨੂੰ। ਉਸ ਦਿਨ ਦੇ ਮੱਦੇਨਜ਼ਰ ਪੂਰੇ ਭਾਰਤ ਨੂੰ ਬੰਦ ਰੱਖਣ ਦਾ ਸੱਦਾ ਦਿੱਤਾ ਹੋਇਆ ਸੰਯੁਕਤ ਕਿਸਾਨ ਮੋਰਚੇ ਨੇ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਭਾਰਤ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਹੈ। ਉਹਦੇ ਲਈ ਵੀ ਤਿਆਰੀਆਂ ਜੰਗੀ ਪੱਧਰ ਦੇ ਉੱਤੇ ਆ। ਪਰ ਇਸੇ ਦਰਮਿਆਨ ਬੀਜੇਪੀ ਦੇ ਲਈ ਬਹੁਤੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ। ਸਭ ਤੋਂ ਪਹਿਲਾਂ ਆਪਾਂ ਜਾਣਦੇ ਸਤਿਆਪਾਲ ਮਲਿਕ, ਜਿਹੜੇ ਕਿ ਰਾਜਪਾਲ ਨੇ ਮੇਘਾਲਿਆ ਦੇ, ਉਹਨਾਂ ਦੇ ਵੱਲੋਂ ਬੀਜੇਪੀ ਦੀ ਕਾਰਕਰਦਗੀ ਦੇ ਉੱਤੇ ਸਵਾਲ ਖੜੇ ਕੀਤੇ ਗਏ। ਫਿਰ ਸੁਬਰਾਮਨੀਅਮ ਸਵਾਮੀ ਨੇ ਆਪਣੀ ਹੀ ਸਰਕਾਰ ਘੇਰ ਲਈ। ਉਹਨਾਂ ਨੇ ਇਹ ਗੱਲ ਕਹੀ ਵੀ ਚੀਨ ਦੇ ਮੂਹਰੇ ਤਾਂ ਆਪਾਂ ਗੋਡੇ ਟੇਕ ਲਏ ਆ ਪ੍ਰਧਾਨ ਮੰਤਰੀ ਸਾਹਿਬ ਨੇ, ਪਰ ਕਿਸਾਨਾਂ ਦੇ ਮੂਹਰੇ ਝੁਕਣ ਤੋਂ ਉਹ ਇਨਕਾਰ ਕਰਦੇ ਆ। ਉਹਨਾਂ ਨੇ ਕਿਹਾ ਸੀ ਜੀ ਕਿ ਇਕੱਲੀਆਂ ਐਪਸ ਬੰਦ ਕਰਨ ਦੇ ਨਾਲ ਕੋਈ ਬਹੁਤਾ ਵੱਡਾ ਭੁਚਾਲ ਨਹੀਂ ਲਿਆਂਦਾ। ਚੀਨ ਦੇ ਨਾਲ ਸੰਬੰਧ ਸਾਡੇ ਪਹਿਲਾਂ ਵਾਂਗੂ ਬਰਕਰਾਰ ਹੈ ਅਤੇ ਆਉਂਦੇ ਸਮੇਂ ਦੇ ਵਿੱਚ ਸ਼ੀ ਜਿਨਪਿੰਗ ਚੀਨ ਦੇ ਰਾਸ਼ਟਰਪਤੀ ਆ ਜਿਹੜੇ ਉਹ ਭਾਰਤ ਦੇ ਵਿੱਚ ਆਉਣਗੇ ਅਤੇ ਅਸੀਂ ਕਿਸਾਨ ਨੂੰ ਕਹਿੰਦੇ ਵੀ ਤੂੰ ਸਾਡਾ ਨਹੀਂ ਗਾ, ਅਤੇ ਅਸੀਂ ਚੀਨ ਨੂੰ ਕਹਿੰਦੇ ਭਾਈ ਤੂੰ ਸਾਡਾ, ਅਤੇ ਨਾਲੇ ਉਹ ਸਾਡੇ ਵਾਲੇ ਪਾਸੇ ਆ ਕੇ ਕਬਜ਼ਾ ਕਰੀ ਜਾਂਦਾ ਹੈ। ਉਹਨਾਂ ਨੇ ਵੀ ਵੱਡੇ ਸਵਾਲ ਕੀਤੇ ਸੀ। ਹੁਣ ਇੱਕ ਹੋਰ ਸੀਨੀਅਰ ਨੇਤਾ ਨੇ ਇਹ ਗੱਲ ਕਹੀ ਹੈ ਵੀ ਕਿਸਾਨ ਅੰਦੋਲਨ ਦਾ ਹੱਲ ਹੋਣਾ ਚਾਹੀਦਾ। ਕਿਸਾਨ ਆਪਣੀ ਥਾਂ ਦੇ ਉੱਤੇ ਸਹੀ ਹੈ ਅਤੇ MSP ਦੀ ਜੇਕਰ ਲਿਖਤੀ ਗਰੰਟੀ ਦੇ ਦਿੱਤੀ ਜਾਵੇ ਤਾਂ ਕਿਸਾਨ ਆ ਜਿਹੜੇ ਉਹ ਮੰਨ ਸਕਦੇ ਆ, ਅਤੇ ਇਸ ਵਕਤ ਕਿਸਾਨ ਨੂੰ ਮਨਾਉਣ ਦੇ ਵਿੱਚ ਹੀ ਫਾਇਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨੀ ਲਹਿਰ ਨੂੰ ਲੈ ਕੇ ਭਾਜਪਾ ਦੇ ਅੰਦਰ ਫੁੱਟ ਜਾਰੀ ਹੈ। ਇੱਕ ਤੋਂ ਬਾਅਦ ਇੱਕ ਸੀਨੀਅਰ ਨੇਤਾ ਇਹ ਮੰਨਣ ਲੱਗ ਪਏ ਨੇ ਕਿ ਕੇਂਦਰ ਸਰਕਾਰ ਦੇ ਰਵੱਈਏ ਕਰਕੇ ਪਾਰਟੀ ਦੀ ਜਾਇਜ਼ਤਾ
ਦਾਅ ਦੇ ਉੱਤੇ ਲੱਗੀ ਹੋਈ ਹੈ। ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ, ਉੱਘੇ ਨੇਤਾ ਸੁਬਰਾਮਨੀਅਮ ਸਵਾਮੀ ਤੇ ਮੋਦੀ ਸਰਕਾਰ ਦੇ ਵਿੱਚ ਸਾਬਕਾ ਮੰਤਰੀ ਚੌਧਰੀ ਬੀਰੇਂਦਰ ਸਿੰਘ ਤੋਂ ਬਾਅਦ ਉੱਤਰ ਪ੍ਰਦੇਸ਼ ਭਾਜਪਾ ਵਰਕਿੰਗ ਕਮੇਟੀ ਦੇ ਮੈਂਬਰ ਰਾਮ ਇਕਬਾਲ ਸਿੰਘ ਨੇ ਵੀ ਸਵਾਲ ਖੜੇ ਕਰ ਦਿੱਤੇ ਨੇ। ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਮਸ਼ਵਰਾ ਕੀਤਾ ਹੁੰਦਾ ਤਾਂ ਕੋਈ ਅੰਦੋਲਨ ਸ਼ੁਰੂ ਹੁੰਦਾ ਹੀ ਨਾ। ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਲਈ ਇੱਕ ਕਾਨੂੰਨ ਲੈ ਕੇ ਆਵੇ ਤਾਂ ਜੋ ਸਾਰੇ ਮਸਲੇ ਹੱਲ ਹੋ ਜਾਣ। ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਇਸ ਵਕਤ ਸੰਘਰਸ਼ ਦੇ ਉੱਤੇ ਨੇ ਤਾਂ ਉਹਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਨਾ ਚਾਹੀਦਾ। ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ ਤੇ ਜੇਕਰ ਸਰਕਾਰ ਨਵੇਂ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲੈਂਦੀ ਹੈ ਤਾਂ ਸਾਰੇ ਮਸਲੇ ਹੀ ਹੱਲ ਹੋ ਜਾਣੇ ਸੀ। ਕਹਿਣ ਦਾ ਭਾਵ ਇਹ ਹੈ ਕਿ ਬੀਜੇਪੀ ਦੇ ਇੱਕ ਤੋਂ ਬਾਅਦ ਇੱਕ ਨੇਤਾ ਦੇ ਵੱਲੋਂ ਆਪਣੀ ਹੀ ਸਰਕਾਰ ਨੂੰ ਘੇਰੇ ਵਿੱਚ ਲਿਆ ਜਾ ਰਿਹਾ, ਪਰ ਕੇਂਦਰ ਦੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਹਾਲੇ ਤੱਕ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਕਿਸਾਨ ਗਲਤ ਹਨ, ਇਹ ਗੁੰਮਰਾਹ ਕੀਤੇ ਗਏ ਹਨ, ਇਹ ਗਲਤ ਲੋਕਾਂ ਦੇ ਹੱਥੇ ਚੜੇ ਹੋਏ ਹਨ ਤੇ ਇਹ ਤਿੰਨੇ ਖੇਤੀ ਕਾਨੂੰਨ ਬਹੁਤ ਹੀ ਲਾਹੇਵੰਦ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਚੌਧਰੀ ਬੀਰੇਂਦਰ ਸਿੰਘ ਤੋਂ ਲੈ ਕੇ ਤੇ ਬਹੁਤ ਸਾਰੇ ਹੋਰ ਨੇਤਾਵਾਂ ਦੇ ਵੱਲੋਂ, ਜਿਵੇਂ ਕਿ ਹੁਣ ਇਕਬਾਲ ਸਿੰਘ ਨੇ ਵੀ ਗੱਲ ਕਹਿ ਦਿੱਤੀ ਹੈ, ਇਹਨਾਂ ਦਾ ਵੀ ਯੂਪੀ ਦੀ ਰਾਜਨੀਤੀ ਦੇ ਵਿੱਚ ਚੰਗਾ ਨਾ। ਜੇਕਰ ਹੁਣ ਬੀਜੇਪੀ ਦੇ ਸੀਨੀਅਰ ਲੀਡਰ ਹੀ ਆਪਣੀ ਪਾਰਟੀ ਨੂੰ ਇਹ ਸਲਾਹ ਦੇ ਰਹੇ ਆ, ਪ੍ਰਧਾਨ ਮੰਤਰੀ ਤੋਂ ਲੈ ਕੇ ਅਮਿਤ ਸ਼ਾਹ ਤੋਂ ਲੈ ਕੇ ਨਰਿੰਦਰ ਸਿੰਘ ਤੋਮਰ ਤੋਂ ਲੈ ਕੇ ਪੀਯੂਸ਼ ਗੋਇਲ ਤੋਂ ਲੈ ਕੇ ਹੋਰ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਕਿ ਕਿਸਾਨ ਗਲਤ ਨਹੀਂ ਆ। ਹੁਣ ਆਪਣੀ ਪਾਰਟੀ ਦੇ ਬੰਦਿਆਂ ਨੂੰ, ਸੀਨੀਅਰ ਨੇਤਾਵਾਂ ਨੂੰ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਕਿ ਜੀ ਚੀਨ ਦੇ ਸਿਖਾਏ ਹੋਏ ਆ, ਇਹ ਤਾਂ ਜੀ ਦੇਸ਼ ਵਿਰੋਧੀ ਤਾਕਤਾਂ ਨਾਲ ਜੁੜੇ ਹੋਏ ਆ, ਇਹ ਤਾਂ ਜੀ ਅੱਤਵਾਦੀ ਹਨ, ਇਹ ਤਾਂ ਜੀ ਖਾਲਿਸਤਾਨੀ ਹਨ, ਇਹ ਤਾਂ ਜੀ ਮਾਓਵਾਦੀ ਹਨ। ਬਗਾਨੇ ਦੀ ਤੁਸੀਂ ਨਹੀਂ ਸੁਣਨੀ, ਕਿਸਾਨ ਦੀ ਵੀ ਚਲੋ ਨਹੀਂ ਸੁਣੀ ਹੁਣ ਤੱਕ। ਕਾਂਗਰਸ ਵੀ ਗਲਤ ਆ, ਆਮ ਆਦਮੀ ਪਾਰਟੀ ਵੀ ਗਲਤ ਆ, ਬਾਕੀ ਪਾਰਟੀਆਂ ਵੀ ਗਲਤ ਮੰਨ ਲਈਆਂ, ਪਰ ਜਿਹੜੇ ਤੁਹਾਡੀ ਪਾਰਟੀ ਦੇ ਨੇਤਾ ਇਹ ਤਾਂ ਸਹੀ ਆ। ਵੈਸੇ ਵੀ ਆਪਾਂ ਜਾਣਦੇ ਆ ਵੀ ਜਦੋਂ ਕਿਸੇ ਹੋਰ ਪਾਰਟੀ ਦੇ ਵਿੱਚ ਕੋਈ ਵੀ ਮਾੜਾ ਬੰਦਾ ਹੋਵੇ ਤੇ ਇਧਰਲੇ ਪਾਸੇ ਆ ਜਾਵੇ ਫਿਰ ਉਹ ਦੁੱਧ ਧੋਤਾ ਹੋ ਜਾਂਦਾ। ਇਹ ਤਾਂ ਸਾਰੇ ਨੇਤਾ ਆਪਣੀ ਹੀ ਪਾਰਟੀ ਦੇ ਆ, ਇਹਨਾਂ ਦੇ ਕਰਕੇ ਪਾਰਟੀ ਦੀ ਪਛਾਣ ਆ ਤੇ ਜੇਕਰ ਉਹਨਾਂ ਦੀ ਵੀ ਆਪਾਂ ਨਹੀਂ ਮੰਨਦੇ ਤਾਂ ਫਿਰ ਬਹੁਤ ਮਾੜੀ ਗੱਲ ਹੈ। ਇਹਦੇ ਬਾਬਤ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਹੈ। ਸੋ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਨਰਿੰਦਰ ਸਿੰਘ ਤੋਮਰ, ਉਹਨਾਂ ਦੇ ਲਈ ਬਹੁਤ ਵੱਡੀ ਚੁਣੌਤੀ ਵਾਲੀ ਗੱਲ ਹੈ ਕਿ ਆਪਣੀ ਪਾਰਟੀ ਦੇ ਨੇਤਾਵਾਂ ਦੇ ਵੱਲੋਂ ਘੇਰਾ ਪਾਇਆ ਜਾ ਰਿਹਾ ਤੇ ਇਉਂ ਜਾਪਦਾ ਕਿ ਬੀਜੇਪੀ ਲਗਾਤਾਰ ਕਿਸਾਨ ਮੁੱਦੇ ਦੇ ਉੱਤੇ ਫੁੱਟ ਦੇ ਵੱਲ ਵਧ ਰਹੀ ਹੈ, ਕਿਉਂਕਿ ਸੀਨੀਅਰ ਲੀਡਰਸ਼ਿਪ ਦਾ ਇੱਕ ਹਿੱਸਾ ਇਹ ਗੱਲ ਕਹਿ ਰਿਹਾ ਵੀ ਆਪਾਂ ਸੁਣਦੇ ਹੀ ਕਿਸੇ ਦੀ ਨਹੀਂ, ਤੇ ਉਧਰਲੇ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਮੋਦੀ ਸਾਹਿਬ ਤੇ ਉਹਨਾਂ ਦੇ ਬਾਕੀ ਸਾਥੀਆਂ ਦੇ ਵੱਲੋਂ ਕਿ ਅਸੀਂ ਜੋ ਫੈਸਲਾ ਕਰਦੇ ਹਾਂ ਦੇਸ਼ ਦੇ ਹਿੱਤ ਦੇ ਵਿੱਚ ਕਰਦੇ ਹਾਂ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਨੂੰ ਵੱਡੀ ਸੱਟ ਲੱਗ ਸਕਦੀ ਹੈ। ਕਿਸਾਨ ਡਟੇ ਹੋਏ ਆ ਉੱਥੇ ਤੇ ਹਾਲੇ ਹੋਰ ਵੀ ਕਈ ਥਾਵਾਂ ਦੇ ਉੱਤੇ ਜਾ ਕੇ ਪੜਾਅ ਦਰ ਪੜਾਅ ਉਹਨਾਂ ਦੇ ਵੱਲੋਂ ਇਕੱਠ ਕੀਤੇ ਜਾਣੇ ਆ। ਇਸੇ ਦਰਮਿਆਨ ਹਰਿਆਣੇ ਦੇ ਵਿੱਚੋਂ ਬਹੁਤ ਵੱਡੀ ਖਬਰ ਆਈ ਹੈ, ਉੱਥੇ ਲੱਠ ਦੇ ਨਾਲ ਨੇਤਾ ਭਜਾਓ ਇਹ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬਹੁਤ ਸਾਰੇ ਨੇਤਾ ਉੱਥੇ ਨਾਇਕ ਜਨਤਾ ਪਾਰਟੀ ਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਇਹੋ ਜਿਹੇ ਆ ਜਿਨ੍ਹਾਂ ਦੇ ਪ੍ਰੋਗਰਾਮ ਲਗਾਤਾਰ ਮਜਬੂਰੀ ਦੇ ਵਿੱਚ ਰੱਦ ਕਰਨੇ ਪੈ ਰਹੇ ਆ। ਅੱਜ ਮੈਂ ਕੁਝ ਕੁ ਤਸਵੀਰਾਂ ਦੇਖੀਆਂ, ਉਹਦੇ ਵਿੱਚ ਕਿਸਾਨਾਂ ਨੇ ਮੋਢਿਆਂ ਦੇ ਉੱਤੇ ਡਾਂਗਾਂ ਚੱਕੀਆਂ ਹੋਈਆਂ, ਉਹਦੇ ਵਿੱਚ ਕਈ ਨੇਤਾਵਾਂ ਦੇ ਪ੍ਰੋਗਰਾਮ ਇਹਨਾਂ ਡਾਂਗਾਂ ਦੇ ਕਰਕੇ ਹੀ ਰੱਦ ਕਰਨੇ ਪਏ ਆ। ਦੁਸ਼ਯੰਤ ਚੌਟਾਲਾ ਇੱਕ ਪ੍ਰੋਗਰਾਮ ਦੇ ਵਿੱਚ ਆਏ ਹਰਿਆਣੇ ਦੇ ਵਿੱਚ, ਉੱਥੇ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਗਏ ਲੱਠ ਲੈ ਕੇ। ਉਸ ਤੋਂ ਬਾਅਦ ਉਹਨਾਂ ਨੂੰ ਕਾਹਲੀ ਦੇ ਵਿੱਚ ਆਪਣਾ ਪ੍ਰੋਗਰਾਮ ਸਮਾਪਤ ਕਰਨਾ ਪਿਆ। ਗੋਪਾਲ ਕਾਂਡਾ ਦਾ ਇੱਕ ਥਾਂ ਦੇ ਉੱਤੇ ਪ੍ਰੋਗਰਾਮ ਹੋਣਾ ਸੀ, ਉਹਨੂੰ ਵੀ ਕਹਿੰਦੇ ਵੀ ਠੱਲਣਾ ਪਿਆ। ਹੋਰ ਕਈ ਉੱਥੇ ਬੀਜੇਪੀ ਦੇ ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਜੂਨੀਅਰ ਨੇਤਾ ਹੈਗੇ ਆ ਜਿਨ੍ਹਾਂ ਨੂੰ ਆਪਣੇ ਪ੍ਰੋਗਰਾਮ ਰੋਕਣੇ ਪਏ ਆ। ਕਹਿਣ ਦਾ ਭਾਵ ਇਹ ਆ ਕਿ ਪੰਜਾਬ ਦੇ ਲੋਕਾਂ ਵਾਂਗ ਹੀ ਹਰਿਆਣੇ ਦੇ ਕਿਸਾਨ ਆ ਜਿਹੜੇ ਉਹ ਇਸ ਵਕਤ ਬੇਹੱਦ ਸਰਗਰਮੀ ਦੇ ਵਿੱਚ ਹੈ। ਹਰਿਆਣੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਬੋਰਡ ਲੱਗੇ ਹੋਏ ਆ ਕਿ ਜੇਕਰ ਜਨਨਾਇਕ ਜਨਤਾ ਪਾਰਟੀ ਜਾਂ ਭਾਜਪਾ ਦਾ ਕੋਈ ਵੀ ਨੇਤਾ ਪਿੰਡ ਦੇ ਵਿੱਚ ਕਿਸੇ ਵੀ ਸਮਾਗਮ 'ਚ ਵੜਿਆ ਤਾਂ ਫਿਰ ਉਹ ਆਪਣਾ ਪੜ੍ਹਿਆ ਵਿਚਾਰ ਲਵੇ ਤੇ ਉਹ ਆਪਣੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਖੁਦ ਵਚਨਬੱਧ ਹੋਊਗਾ, ਖੁਦ ਜ਼ਿੰਮੇਵਾਰ ਹੋਊਗਾ। ਇਹ ਨਾ ਹੋਵੇ ਬਾਅਦ ਦੇ ਵਿੱਚ ਕਿਹਾ ਜਾਵੇ ਕਿਸਾਨ ਤੋਂ ਹਿੰਸਕ ਹੋ ਗਏ, ਕਿਸਾਨ ਤੋਂ ਉਗਰ ਹੋ ਗਏ, ਕਿਸਾਨ ਤੋਂ ਗਲਤ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਵੀ ਤੁਸੀਂ ਪਿੰਡਾਂ ਦੇ ਵਿੱਚ ਵੜਨਾ ਨਹੀਂ। ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹ ਗੱਲ ਕਹੀ ਸੀ ਪਿਛਲੇ ਦਿਨੀ ਕਿ ਹਰਿਆਣੇ ਦੇ ਵਿੱਚ ਬੀਜੇਪੀ ਤੇ ਜਨਨਾਇਕ ਜਨਤਾ ਪਾਰਟੀ ਦੇ ਆਗੂਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਸੋ ਕਹਿਣ ਦਾ ਭਾਵ ਇਹ ਹੈ ਕਿ ਕਿਸਾਨ ਆਪਣੀ ਥਾਂ ਦੇ ਉੱਤੇ ਡਟੇ ਹੋਏ ਆ। ਜਿਹੜੇ ਲੋਕ ਨਗੋਚਾਂ ਕਰਦੇ ਆ ਉਹ ਸਿਰਫ ਨਗੋਚਾਂ ਜੋਗੇ ਹੀ ਆ, ਉਹਨਾਂ ਨੇ ਹੋਰ ਕੁਝ ਕੀਤਾ ਵੀ ਨਹੀਂ ਤੇ ਇਸ ਤੋਂ ਬਿਨਾਂ ਉਹ ਕੁਝ ਕਰ ਵੀ ਨਹੀਂ ਸਕਦੇ। ਰਾਏ ਦੇਣੀ ਸਾਡੇ ਸੁਭਾਅ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ। ਆਪ ਜਾ ਕੇ ਉੱਥੇ ਮਾਹੌਲ ਦੇਖ ਕੇ ਰਾਏ ਦੇਗੇ ਫਿਰ ਤਾਂ ਠੀਕ ਹੈ, ਪਰ ਜੇਕਰ ਘਰ ਬੈਠੇ ਕਰੀ ਜਾਗੇ ਵੀ ਭਾਈ ਫਲਾਣਾ ਵਿਕ ਗਿਆ ਜਾਪਦਾ, ਹੁਣ ਫਲਾਣਾ ਵੀ ਵਿਕ ਗਿਆ ਜਾਪਦਾ, ਫਲਾਣੇ ਨੂੰ ਭਾਜਪਾ ਨੇ ਇੰਨੇ ਪੈਸੇ 'ਚ ਖਰੀਦ ਲਿਆ, ਫਲਾਣੇ ਨੂੰ ਇੰਨੇ 'ਚ ਖਰੀਦ ਲਿਆ, ਇਹਨਾਂ ਗੱਲਾਂ ਦੀ ਤੁੱਕ ਕੋਈ ਨਹੀਂ ਬਣਦੀ ਗੀ। ਇਹ ਲੋਕਾਂ ਦੇ ਵਿੱਚ ਭੰਬਲ ਭੂਸਾ ਪੈਦਾ ਕਰਨ ਵਾਲੀਆਂ ਗੱਲਾਂ। ਤੇ ਇੱਕ ਹੋਰ ਜਾਣਕਾਰੀ ਹੈ ਕਿ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਟਿੱਕਰੀ ਬਾਰਡਰ ਦੀ ਕਮਾਨ ਸੰਭਾਲੀ ਬੈਠੇ ਆ,
ਉਹਨਾਂ ਨੂੰ ਹੋ ਗਿਆ ਸੀ ਕਰੋਨਾ, ਪਰ ਬਠਿੰਡੇ ਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਛੁੱਟੀ ਮਿਲ ਗਈ ਹੈ। ਉਹਨਾਂ ਨੇ ਕਿਹਾ ਜੀ ਕਿ 2-3 ਦਿਨਾਂ ਤੱਕ ਮੈਂ ਤੰਦਰੁਸਤ ਹੋ ਕੇ, ਬਿਲਕੁਲ ਤੰਦਰੁਸਤ ਹੋ ਕੇ 9/9 ਹੋ ਕੇ ਤੇ ਬਾਰਡਰ ਦੇ ਉੱਤੇ ਫੇਰ ਪਹੁੰਚ ਜਾਊਂਗਾ। ਉਹਨਾਂ ਨੇ ਕਿਹਾ ਜੀ ਕਿ ਫਿਕਰ ਵਾਲੀ ਗੱਲ ਕੋਈ ਨਹੀਂ, ਸਾਰਾ ਕੁਝ ਠੀਕ ਚੱਲ ਰਿਹਾ। ਵਾਢੀਆਂ ਦੇ ਦਿਨ ਦੇ ਕਰਕੇ ਲੋਕ ਆਪਣੇ ਘਰਾਂ ਨੂੰ ਮੁੜੇ ਹੋਏ ਆ, ਪਰ ਹੌਲੀ-ਹੌਲੀ ਫੇਰ ਉੱਥੇ ਇਕੱਠ ਹੋ ਜਾਣਾ ਤੇ ਕੇਂਦਰ ਦੀ ਸਰਕਾਰ ਨੂੰ ਫਿਕਰਾਂ ਦੇ ਵਿੱਚ ਪਾਇਆ ਵੀ ਹੈ ਤੇ ਭਵਿੱਖ ਦੇ ਵਿੱਚ ਵੀ ਅਸੀਂ ਪਾਵਾਂਗੇ। ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦਾ ਸੰਗਰਾਮ ਸ਼ੁਰੂ ਹੋ ਹੀ ਚੁੱਕਿਆ। ਇਹ ਹੋ ਹੀ ਚੁੱਕਿਆ ਸ਼ਬਦ ਮੈਂ ਇਸ ਕਰਕੇ ਵਰਤਿਆ ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਬੀਤੇ ਦਿਨੀ ਬਾਘਾ ਪੁਰਾਣਾ ਦੇ ਵਿੱਚ ਵੱਡੀ ਰੈਲੀ ਕੀਤੀ ਗਈ ਹੈ, ਕਿਸਾਨ ਮਹਾ ਸੰਮੇਲਨ ਕੀਤਾ ਗਿਆ, ਪਰ ਮਨੋਰਥ ਇਹਦਾ ਇੱਕੋ ਹੀ ਸੀਗਾ ਵੀ 2022 ਦੇ ਮੱਦੇਨਜ਼ਰ ਲੋਕਾਂ ਨੂੰ ਅਸੀਂ ਲਾਮਬੰਦ ਕਰੀਏ। ਕੇਜਰੀਵਾਲ ਹੋਰਾਂ ਨੇ ਇੱਥੇ ਗੱਲ ਕਹੀ ਹੈ ਕਿ ਜੇਕਰ 2022 ਦੇ ਵਿੱਚ ਸਾਡੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਜਿਵੇਂ ਅਸੀਂ ਦਿੱਲੀ ਦੇ ਵਿੱਚ ਵਿਕਾਸ ਦਾ ਮਾਡਲ ਲੈ ਕੇ ਆਏ ਹਾਂ, ਬਿਲਕੁਲ ਉਸੇ ਤਰਜ਼ ਦੇ ਉੱਤੇ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ 70% ਲੋਕਾਂ ਦੇ ਉੱਤੇ ਬਿੱਲ ਨਹੀਂ ਆ ਰਹੇ ਬਿਜਲੀ ਦੇ, ਤੇ ਪੰਜਾਬ ਦੇ ਵਿੱਚ ਵੀ ਇਵੇਂ ਹੋਊਗਾ। ਉਹਨਾਂ ਨੇ ਕਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਰਡ ਵੰਡੇ ਸੀਗੇ ਛੋਟੇ-ਛੋਟੇ, ਵੀ ਜਿਹੜੇ ਬੇਰੁਜ਼ਗਾਰ ਆ ਉਹਨਾਂ ਦੇ ਕੋਲੇ ਕਾਰਡ ਹੋਣਗੇ, ਇਹ ਉਹਨਾਂ ਨੂੰ ਅਸੀਂ ਨੌਕਰੀ ਦੇਵਾਂਗੇ ਜਾਂ 2500 ਰੁਪਈਆ ਮਹੀਨਾ ਦੇਵਾਂਗੇ ਬੇਰੁਜ਼ਗਾਰੀ ਭੱਤਾ, ਪਰ ਮਿਲਿਆ ਕੁਝ ਨਹੀਂ। ਕੇਜਰੀਵਾਲ ਹੋਰਾਂ ਨੇ ਕਿਹਾ ਜੀ ਕਿ ਇਹ ਕਾਰਡ ਸੰਭਾਲ ਕੇ ਰੱਖਿਓ ਤੇ ਅਸੀਂ ਤੁਹਾਨੂੰ ਨੌਕਰੀ ਦੇਵਾਂਗੇ ਜਾਂ ਫਿਰ ਬੇਰੁਜ਼ਗਾਰੀ ਭੱਤਾ ਦੇਵਾਂਗੇ, ਪਰ ਕੈਪਟਨ ਵਾਲੇ ਕਾਰਡ ਸੰਭਾਲ ਕੇ ਰੱਖਣੇ ਆ। ਹੁਣ ਪਿਛਲੇ ਦਿਨੀ ਇੱਕ ਸਰਵੇਖਣ ਆਇਆ ਸੀਗਾ ਜਿਹੜਾ ਕਿ ਸੀ ਵੋਟਰ ਦਾ ਸੀ, ਕੁਝ ਕੁ ਹੋਰਨਾਂ ਦਾ ਸੀ। ਉਹਦੇ ਵਿੱਚ ਕਿਹਾ ਸੀਗਾ ਜੀ ਕਿ ਲਗਭਗ 100 ਸੀਟ, 90 ਤੋਂ ਲੈ ਕੇ 100 ਸੀਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ 2022 ਦੇ ਵਿੱਚ ਮਿਲ ਸਕਦੀ ਹੈ, ਸਰਕਾਰ ਬਣਨ ਦੀ ਸੰਭਾਵਨਾ ਹੈਗੀ ਆ। ਹੁਣ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਨਵੇਂ ਸਵਾਲ ਖੜੇ ਹੋਏ ਆ। ਬਹੁਤ ਸਾਰੇ ਸਰਵੇਖਣਾਂ ਨੇ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਅੰਗਾਂ ਨੇ ਸਰਕਾਰ ਪਿਛਲੀ ਵਾਰ ਵੀ ਬਣਾਈ ਸੀ ਆਮ ਆਦਮੀ ਪਾਰਟੀ ਦੀ, ਉਦੋਂ ਤਾਂ 117 ਸੀਟਾਂ ਹੀ ਆਮ ਆਦਮੀ ਪਾਰਟੀ ਕੋਲੇ ਭੇਜਤੀਆਂ ਸੀ, ਪਰ ਵਿੱਚੋਂ ਕੀ ਨਿਕਲਿਆ ਆਪਾਂ ਜਾਣਦੇ ਹਾਂ। ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ, ਲੋਕਾਂ ਦੀ ਮਹੱਤਵਪੂਰਨ ਵੋਟ ਹੈ, ਲੋਕਾਂ ਨੇ ਆਪਣੀ ਵੋਟ ਕਿੱਥੇ ਪਾਉਣੀ ਹੈ, ਕਿਹਨੂੰ ਨਹੀਂ ਪਾਉਣੀ, ਉਹ ਆਪਣੇ ਦਿਲੋਂ ਦਿਮਾਗ ਦੇ ਦਰਵਾਜ਼ੇ ਖੋਲ੍ਹ ਕੇ ਪਾਉਣ। ਪਰ ਗੱਲ ਇਹ ਹੈ ਵੀ ਜਿਹੜੇ ਹੁਣ ਸਰਵੇਖਣ ਪੇਸ਼ ਕੀਤੇ ਜਾ ਰਹੇ ਆ, ਕੀ ਇਹ 1 ਸਾਲ ਬਾਅਦ ਪ੍ਰਸੰਗਿਕ ਹੋਣਗੇ ਜਾਂ ਕੀ ਇਹ ਤੁੱਕੇ ਆ ਜਾਂ ਇਹ ਕਰਵਾਏ ਗਏ ਆ, ਇਹਦੇ ਬਾਬਤ ਕਈ ਤਰ੍ਹਾਂ ਦੇ ਵਿਚਾਰ ਹੈਗੇ ਆ। ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ, ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਕੋਈ ਵਜੂਦ ਨਹੀਂ ਆਮ ਆਦਮੀ ਪਾਰਟੀ ਦਾ। ਇਹ ਸਰਵੇਖਣ, ਇਹ ਸਾਰੇ ਟੁੱਲ ਆ ਜਿਹੜੇ ਉਹ 2017 ਦੇ ਵਿੱਚ ਵੀ ਲੱਗੇ ਸੀ, ਪਰ ਆਪਾਂ ਨੂੰ ਸਾਰਿਆਂ ਨੂੰ ਨਤੀਜਾ ਪਤਾ। ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ ਵੀ ਹਵਾ ਦੇ ਵਿੱਚ ਡਾਂਗਾ ਮਾਰੀਆਂ ਕੇਜਰੀਵਾਲ ਹੋਰਾਂ ਨੇ ਆ ਕੇ ਬਾਘੇ ਪੁਰਾਣੇ, ਕੋਈ ਗੱਲ ਇਹਨਾਂ ਦੀ ਕੋਈ ਮਹੱਤਵਪੂਰਨ ਨਹੀਂ ਗੀ, ਇਹ ਸਿਰਫ ਤੇ ਸਿਰਫ ਲੰਮੀਆਂ ਚੌੜੀਆਂ ਛੱਡ ਕੇ ਗਏ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਦੇ ਝੂਠੇ ਦਾਅਵਿਆਂ ਤੇ ਬੇਬੁਨਿਆਦ ਦੋਸ਼ਾਂ ਦਾ ਪਾਜ ਉਗੇੜਦਿਆਂ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਬੋਲੇ ਜਾਂਦੇ ਸ਼ਰਮਨਾਕ ਝੂਠਾਂ ਨੂੰ 2017 ਦੀਆਂ ਚੋਣਾਂ ਵੇਲੇ ਕਾਂਗਰਸ ਉੱਤੇ ਕੀਤੇ ਹੋਛੇ ਹਮਲਿਆਂ ਤੇ ਝੂਠੇ ਦਾਅਵਿਆਂ ਦੀ ਵੀ ਮੁੜ ਦੁਹਰਾਈ ਗਰਦਾਨਿਆ। ਮੁੱਖ ਮੰਤਰੀ ਨੇ ਕੇਜਰੀਵਾਲ ਵੱਲੋਂ ਉਹਨਾਂ ਦੀ ਸਰਕਾਰ ਤੇ ਸੂਬਾਈ ਕਾਂਗਰਸ ਦੀ ਕੀਤੀ ਆਲੋਚਨਾ ਦਾ ਕਰੜਾ ਜਵਾਬ ਦਿੰਦਿਆਂ ਕਿਹਾ, ਪੰਜਾਬ ਦੇ ਲੋਕਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਤੁਹਾਡੇ ਫਰੇਬ ਨੂੰ ਪਛਾਣ ਲਿਆ ਸੀ ਤੇ ਹੁਣ ਵੀ ਲੋਕ ਤੁਹਾਡੇ ਝੂਠ ਤੋਂ ਵਾਕਿਫ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਦਾ ਚਿੱਟੇ ਦਿਨ ਬੋਲਿਆ ਗਿਆ ਝੂਠ ਫਿਰ ਬੇਨਕਾਬ ਹੋਵੇਗਾ, ਜਿਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਇਆ ਸੀ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੇ ਮਨ ਘੜਤ ਦੋਸ਼ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਜਾਣਦਾ ਹੈ ਕਿ ਤੁਸੀਂ ਕਿਵੇਂ ਪਹਿਲੇ ਦਰਜੇ ਦੇ ਫਰੇਬੀ ਤੇ ਝੂਠਿਆਂ ਦੇ ਸਿਰਤਾਜ ਹੋ। ਦਿੱਲੀ ਦੇ ਆਪਣੇ ਹਮਰੁਤਬਾ ਵੱਲੋਂ ਪੰਜਾਬ ਵਿਚਲੀ ਕਾਂਗਰਸ ਸਰਕਾਰ ਉੱਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਲਈ ਕੀਤੀ ਗਈ ਆਲੋਚਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ਇਹ ਬੜੀ ਹਾਸੋਹੀਣੀ ਗੱਲ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ 84% ਦੇ ਵਾਅਦੇ ਪੂਰੇ ਕਰਨ ਦੇ ਟਰੈਕ ਰਿਕਾਰਡ ਦੀ ਤੁਲਨਾ ਦਿੱਲੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨਾਲ ਕੀਤੀ ਜਾਵੇ, ਜਿਸ ਨੇ 2020 ਦੇ ਵਿੱਚ 2015 ਦੇ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿਚਲੇ ਸਿਰਫ 25% ਦੀ ਵਾਅਦੇ ਪੂਰੇ ਕੀਤੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਜੇ ਇਹੀ ਦਿੱਲੀ ਮਾਡਲ ਹੈ ਜਿਸ ਦਾ ਤੁਸੀਂ ਪੰਜਾਬ ਨਾਲ ਮੁਕਾਬਲਾ ਕਰਦੇ ਹੋ ਤਾਂ ਮੇਰੇ ਲੋਕ ਇਸ ਤੋਂ ਬਗੈਰ ਹੀ ਬਿਹਤਰ ਨੇ। ਉਹਨਾਂ ਨੇ ਅੱਗੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਦਾਅਵਿਆਂ ਤੇ ਬਦਲਾਂ ਦੀਆਂ ਗੱਲਾਂ ਦੇ ਵਿੱਚ ਪੈਣ ਦੀ ਬਜਾਏ ਦਿੱਲੀ ਉੱਤੇ ਕੇਂਦਰਿਤ ਕਰਨਾ ਚਾਹੀਦਾ ਆਪਣਾ ਧਿਆਨ, ਜਿੱਥੇ ਉਹਨਾਂ ਵੱਲੋਂ ਕੀਤੇ ਚੋਣ ਵਾਅਦਿਆਂ ਵਿੱਚੋਂ 50% ਨੂੰ ਹੀ ਪੂਰਾ ਕਰਨ ਦੀ ਹੀ ਤਵੱਕੋ ਕੀਤੀ ਜਾ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੇਜਰੀਵਾਲ ਨੇ ਝੂਠ ਬੋਲੇ ਨੇ, ਕੇਜਰੀਵਾਲ ਨੇ ਮਨ ਘੜਤ ਗੱਲਾਂ ਕੀਤੀਆਂ ਨੇ, ਉਹਨੇ 1 ਸਾਲ ਬਾਅਦ ਵਾਲੀਆਂ ਗੱਲਾਂ ਕੀਤੀਆਂ। ਜੇਕਰ ਆਪਾਂ ਉਹਨਾਂ ਨੂੰ ਝੂਠ ਵੀ ਕਹਿੰਦੇ ਜਿਵੇਂ ਕਿ ਕੈਪਟਨ ਸਾਹਿਬ ਜਾਂ ਬਾਕੀ ਪਾਰਟੀਆਂ ਕਹਿਣਗੀਆਂ, ਸਾਡਾ ਕਿਸੇ ਪਾਰਟੀ ਦੇ ਨਾਲ ਨੇੜਲਾ ਰਿਸ਼ਤਾ ਨਹੀਂ, ਸਾਡਾ ਕਿਸੇ ਪਾਰਟੀ ਨਾਲ ਦੂਰਲਾ ਰਿਸ਼ਤਾ ਨਹੀਂ, ਪਰ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਤੇ ਜਿਹੜੀ ਵਰਤਮਾਨ ਸਰਕਾਰ ਆ, ਕੀ ਉਹਨੇ ਸੱਚੀ ਮੁੱਚੀ 85% ਦੀ ਵਾਅਦੇ ਪੂਰੇ ਕਰਤੇ ਆ? ਲੋਕਾਂ ਦੇ ਮਨਾਂ ਦੇ ਵਿੱਚ ਇਹ ਆਪ ਮੁਹਾਰੇ ਸਵਾਲ ਪੈਦਾ ਹੁੰਦਾ। ਲੋਕ ਇਹ ਗੱਲ ਕਹਿੰਦੇ ਵੀ ਸਾਡੇ ਉੱਤੇ ਮਹਿੰਗਾਈ ਦੀ ਤਲਵਾਰ ਲਟਕ ਰਹੀ ਹੈ, ਨਸ਼ੇ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਏ। ਮੋਟੀ ਜੀ ਗੱਲ ਹੈ, ਨਸ਼ੇ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਏ, ਕੇਬਲ ਮਾਫੀਆ ਮੁੱਕਿਆ ਨਹੀਂ, ਨਿੱਜੀ ਟਰਾਂਸਪੋਰਟਰਾਂ ਦਾ ਕੰਮ ਮੁੱਕਿਆ ਨਹੀਂ, ਕਰੋਨਾ ਮਹਾਮਾਰੀ ਦੇ ਕਰਕੇ ਲੋਕਾਂ ਦਾ ਰੁਜ਼ਗਾਰ ਬੰਦ ਹੋ ਗਿਆ, ਬਹੁਤ ਘਟ ਗਿਆ, ਸਰਕਾਰ ਕਹਿੰਦੀ ਸਾਡਾ ਮਾਲੀਆ ਵੀ ਤਾਂ ਘਟ ਗਿਆ।
ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਵਧੇ ਆ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਪੰਜਾਬ ਦੇ ਵਿੱਚ ਇਸ ਵਕਤ ਸੜਕਾਂ, ਲਿੰਕ ਸੜਕਾਂ ਦਾ ਕੀ ਹਾਲ ਆ ਆਪਾਂ ਜਾਣਦੇ ਹਾਂ। ਪੰਜਾਬ ਦੇ ਵਿੱਚ ਸਰਕਾਰ ਹੈ ਜਿਹੜੀ ਡੀਜ਼ਲ ਤੇ ਪੈਟਰੋਲ ਦੇ ਉੱਤੇ ਆਪਣੇ ਹਿੱਸੇ ਦਾ ਟੈਕਸ ਕਿੰਨਾ ਕੁ ਘਟਾ ਕੇ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਂਦੀ ਆਪਾਂ ਜਾਣਦੇ ਹਾਂ। ਪੰਜਾਬ ਦੇ ਵਿੱਚ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਕਿੰਨੀ ਵਾਰ ਵਾਧਾ ਹੋ ਗਿਆ, 12-13 ਵਾਰ ਤਾਂ ਵਾਧਾ ਹੋ ਗਿਆ ਇਹਨਾਂ 4 ਸਾਲਾਂ ਦੇ ਵਿੱਚ। ਪੰਜਾਬ ਦੇ ਵਿੱਚ ਬੱਸ ਭਾੜੇ 'ਚ ਕਿੰਨਾ ਵਾਧਾ ਹੋ ਗਿਆ। ਪੰਜਾਬ ਦੇ ਵਿੱਚ ਕਦੇ ਰਜਿਸਟਰੀ ਦੀ ਫੀਸ 'ਚ ਵਾਧਾ ਹੋ ਗਿਆ, ਕਦੇ ਕਿਸੇ 'ਚ। ਮਤਲਬ ਇਹ ਆ ਵੀ ਲੋਕ ਮਹਿੰਗਾਈ ਦੀ ਚੱਕੀ ਦੇ ਵਿੱਚ ਪਿਸ ਰਹੇ ਆ। ਉੱਤੋਂ ਆਪਾਂ ਇਹ ਗੱਲ ਕਹਿੰਦੇ ਆ ਕਿ 85-86% ਸੀ ਵਾਅਦੇ ਪੂਰੇ ਕਰਤੇ ਆ। ਕੇਜਰੀਵਾਲ ਹੋ ਸਕਦਾ ਝੂਠ ਬੋਲ ਗਿਆ ਹੋਵੇ, ਬਾਕੀ ਵੱਖ-ਵੱਖ ਪਾਰਟੀਆਂ ਹੋ ਸਕਦਾ ਝੂਠ ਬੋਲ ਗਈਆਂ ਹੋਣ, ਕਿਉਂਕਿ ਉਹਨਾਂ ਨੂੰ ਚੁਣਿਆ ਨਹੀਂ ਹਾਲੇ। ਜਦੋਂ ਚੁਣਿਆ ਉਹਨਾਂ ਦੇ ਉੱਤੇ ਉਲਾਂਭੇ ਮੜੇ ਜਾਣਗੇ, ਪਰ ਕੈਪਟਨ ਸਰਕਾਰ ਨੂੰ ਚੁਣਿਆ ਤੇ ਉਹਨੇ ਸੱਚੀ ਮੁੱਚੀ ਤਲੀ ਦੇ ਉੱਤੇ ਸਰੋਂ ਜਮਾ ਕੇ ਕਿੰਨੀ ਕੁ ਦਿਖਾਈ ਆ ਇਹਦੇ ਬਾਬਤ ਪਤਾ। ਹੁਣ ਤਾਂ ਕਾਂਗਰਸ ਦੇ ਕੁਝ ਵਿਧਾਇਕ ਵੀ ਗੱਲ ਕਹਿੰਦੇ ਆ ਵੀ ਅਸੀਂ 2022 ਦੇ ਵਿੱਚ ਵੋਟਾਂ ਕਿਵੇਂ ਮੰਗਾਂਗੇ, ਕਿਉਂਕਿ ਪਿਛਲੇ ਦਿਨੀ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਸੀ ਕਿ ਲੋਕ 2022 ਦੇ ਵਿੱਚ ਕਾਂਗਰਸ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਕਾਂਗਰਸ ਦੀ ਕਾਰਗੁਜ਼ਾਰੀ ਪਿਛਲੇ 5 ਵਰ੍ਹਿਆਂ ਦੀ ਦੇਖਣਗੇ, ਪਰਖਣਗੇ। ਸੋ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਗੱਲਬਾਤ ਚੱਲੀ। ਸੋ ਅੰਕੜਾ ਪੇਸ਼ ਕਰਨਾ ਕਿ ਆ ਜੀ 30% ਉਹਨੇ ਕੀਤੇ ਆ, ਅਸੀਂ ਇੱਕ ਰਿਕਾਰਡ ਬਣਾ ਦਿੱਤਾ। ਇਹ ਅੰਕੜੇ ਦੇ ਨਾਲੋਂ ਵੱਧ ਸੰਤੁਸ਼ਟੀ ਜਦੋਂ ਲੋਕ ਸਾਹਮਣੇ ਆ ਕੇ ਗੱਲ ਕਰਨਗੇ ਕਿ ਹਾਂ ਭਾਈ ਸਾਡੇ ਵਾਅਦੇ ਪੂਰੇ ਹੋ ਗਏ, ਅਸੀਂ ਬਿਲਕੁਲ ਮੁਕੰਮਲ ਸੰਤੁਸ਼ਟ ਹਾਂ, ਉਦੋਂ ਸਰਕਾਰ ਨੂੰ ਵੀ ਸੰਤੁਸ਼ਟੀ ਹੋਣੀ ਚਾਹੀਦੀ ਹੈ। ਪਰ ਜੇਕਰ ਲੋਕ ਕਹਿਣ ਵੀ ਸਾਨੂੰ ਤਾਂ ਵਾਅਦਾ ਕੋਈ ਦਿਸਦਾ ਨਹੀਂ ਪੂਰਾ ਹੋਇਆ, ਸਰਕਾਰ ਕਹੇ ਜੀ ਅਖਬਾਰ ਦੇ ਵਿੱਚ ਕਿ ਆਹ ਦੇਖੋ ਜੀ ਆਪਾਂ ਇਸ਼ਤਿਹਾਰ ਵੀ ਛਾਪਤਾ, ਕਿਉਂਕਿ ਉਸ ਇਸ਼ਤਿਹਾਰ ਦੇ ਪੈਸੇ ਵੀ ਲੋਕਾਂ ਦੇ ਟੈਕਸ ਦੇ ਵਿੱਚੋਂ ਜਾਣੇ ਆ। ਸੋ ਇਸ ਕਰਕੇ ਚਾਹੀਦਾ ਇਹ ਆ ਕਿ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਕੇ ਦਿਖਾਇਆ ਜਾਵੇ, ਨਾ ਕਿ ਇੱਕ ਦੂਜੇ ਦੇ ਉੱਤੇ ਤਾਨੇ ਮਿਹਣਿਆਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਲੰਘੇ ਕੱਲ੍ਹ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਪ ਰਾਜਪਾਲ ਦੀਆਂ ਤਾਕਤਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ, ਇਹਦੇ ਉੱਤੇ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਦਿੱਲੀ ਦੇ ਵਿੱਚ ਇੱਥੋਂ ਦੀ ਸਰਕਾਰ ਜਿਹੜੀ ਕਿ ਚੁਣੀ ਹੋਈ ਹੈ, ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੀ ਹੋਈ ਸਰਕਾਰ ਹੈ, ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਬਣੀ ਹੋਈ ਸਰਕਾਰ ਆ, ਬਹੁਮਤ ਹਾਸਲ ਕੀਤਾ, ਜੇਕਰ ਉਹਦੇ ਕੋਲੋਂ ਸ਼ਕਤੀਆਂ ਘਟਾ ਕੇ ਤੇ ਉਪ ਰਾਜਪਾਲ ਦੀਆਂ ਤਾਕਤਾਂ ਦੇ ਵਿੱਚ ਹੀ ਵਾਧਾ ਕਰਨਾ, ਤਾਂ ਫਿਰ ਇੱਥੇ ਚੋਣਾਂ ਕਰਵਾਉਣ ਦੀ ਤੁੱਕ ਹੀ ਬਣਦੀ ਆ। ਫਿਰ ਤੁਸੀਂ ਇੱਥੇ ਉਪ ਰਾਜਪਾਲ ਦੀ ਨਿਯੁਕਤੀ ਰੱਖੋ, ਫਿਰ ਇੱਥੇ ਚੋਣਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਕਿਉਂਕਿ ਲੋਕ ਸਭਾ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ, ਉਸ ਬਿੱਲ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਦਿੱਲੀ ਦੀ ਸਰਕਾਰ ਆ ਜਿਹੜੀ ਕਿਸੇ ਵੀ ਪਾਰਟੀ ਦੀ ਹੋਵੇ, ਉਹਦੀਆਂ ਤਾਕਤਾਂ ਸੀਮਤ ਹੋਣਗੀਆਂ। ਤੇ ਤਰਕ ਇਹ ਦਿੱਤਾ ਗਿਆ ਕਿ 2013 ਤੋਂ ਪਹਿਲਾਂ ਤਾਂ ਸਾਰਾ ਕੁਝ ਠੀਕ ਚੱਲਦਾ ਸੀ, ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੜਬੜੀਆਂ ਚੱਲੀਆਂ। ਉਹਨਾਂ ਗੜਬੜੀਆਂ ਦੇ ਕਰਕੇ, ਉਹਨਾਂ ਵਿਵਾਦਾਂ ਦੇ ਕਰਕੇ ਕਦੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ, ਕਦੇ ਸੁਪਰੀਮ ਕੋਰਟ ਦੇ ਵੱਲ ਗਏ। ਸੋ ਇਸ ਕਰਕੇ ਇਹ ਤਾਕਤਾਂ ਸੀਮਤ ਕੀਤੀਆਂ ਜਾਂਦੀਆਂ ਤੇ ਉਪ ਰਾਜਪਾਲ ਦੇ ਕੋਲੇ ਤਾਕਤਾਂ ਵੱਧ ਹੋਣਗੀਆਂ। ਸੋ ਕੇਜਰੀਵਾਲ ਹੋਰਾਂ ਨੇ ਜਿਹੜੇ ਸਵਾਲ ਚੁੱਕੇ ਆ, ਉਹ ਆਪਣੀ ਥਾਂ ਦੇ ਉੱਤੇ ਬਿਲਕੁਲ ਵਾਜਬ ਹੈ। ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਕਿਉਂਕਿ ਚੱਲਦੀ ਤਾਂ ਕੇਂਦਰ ਦੀ ਹੈ, ਇਸ ਕਰਕੇ ਉਹਨਾਂ ਨੇ ਆਪਣਾ ਵਿਰੋਧ ਪ੍ਰਗਟਾਇਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਦੇ ਉਪ ਰਾਜਪਾਲ ਨੂੰ ਜ਼ਿਆਦਾ ਤਾਕਤਾਂ ਦੇਣ ਵਾਲੇ ਬਿੱਲ ਦੇ ਉੱਤੇ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਮੋਹਰ ਲੱਗ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਮੁਤਲਕ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੇਜਰੀਵਾਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਬੀਜੇਪੀ ਨੇ ਦਿੱਲੀ ਦੀ ਜਨਤਾ ਨੂੰ ਧੋਖਾ ਦਿੱਤਾ, ਜਿੱਤਣ ਵਾਲਿਆਂ ਤੋਂ ਸ਼ਕਤੀਆਂ ਖੋਹ ਕੇ ਹਾਰਨ ਵਾਲਿਆਂ ਨੂੰ ਦੇ ਦਿੱਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਲੋਕ ਸਭਾ ਦੇ ਵਿੱਚ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ ਸੋਧ ਬਿੱਲ 2021 ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਬਿੱਲ ਦੇ ਵਿੱਚ ਦਿੱਲੀ ਦੇ ਉਪ ਰਾਜਪਾਲ ਯਾਨੀ ਕਿ ਐਲਜੀ ਦੀਆਂ ਕੁਝ ਭੂਮਿਕਾ ਤੇ ਅਧਿਕਾਰਾਂ ਨੂੰ ਪਰਿਭਾਸ਼ਿਤ ਕੀਤਾ ਗਿਆ। ਦੱਸਣਾ ਬਣਦਾ ਕਿ ਇਸ ਬਿੱਲ ਨੂੰ ਬੀਤੇ ਦਿਨੀ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਕਾਂਗਰਸ ਨੇ ਜੰਮ ਕੇ ਵਿਰੋਧ ਕੀਤਾ ਸੀ। ਇਸ ਬਿੱਲ ਦੇ ਉੱਤੇ ਚਰਚਾ ਦਾ ਜਵਾਬ ਦਿੰਦੇ ਹੋਏ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਦਿੱਲੀ ਵਿਧਾਨ ਸਭਾ ਤੋਂ ਸੀਮਤ ਅਧਿਕਾਰਾਂ ਵਾਲਾ ਇੱਕ ਕੇਂਦਰ ਸ਼ਾਸਿਤ ਸੂਬਾ ਹੈ। ਸੁਪਰੀਮ ਕੋਰਟ ਨੇ ਵੀ ਆਪਣੇ ਫੈਸਲੇ ਵਿੱਚ ਕਿਹਾ ਕਿ ਕੇਂਦਰ ਸ਼ਾਸਿਤ ਸੂਬਾ ਹੈ। ਸਾਰੀਆਂ ਸੋਧਾਂ ਅਦਾਲਤਾਂ ਦੇ ਫੈਸਲੇ ਮੁਤਾਬਕ ਹਨ। ਉਹਨਾਂ ਨੇ ਸਾਫ਼ ਕੀਤਾ ਕਿ ਕੁਝ ਸਪਸ਼ਟੀਕਰਨ ਦੇ ਲਈ ਇਹ ਬਿੱਲ ਲਿਆਂਦਾ ਗਿਆ, ਜਿਸ ਦਾ ਦਿੱਲੀ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਰੈਡੀ ਨੇ ਕਿਹਾ ਕਿ ਇਸ ਬਿੱਲ ਨੂੰ ਸਿਆਸੀ ਨਜ਼ਰੀਏ ਤੋਂ ਨਹੀਂ ਲਿਆਂਦਾ, ਤਕਨੀਕੀ ਕਾਰਨਾਂ ਕਰਕੇ ਲਿਆਂਦਾ। ਮੰਤਰੀ ਦੇ ਜਵਾਬ ਤੋਂ ਬਾਅਦ ਲੋਕ ਸਭਾ ਨੇ ਆਵਾਜ਼ ਮਤ ਦੇ ਰਾਹੀਂ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ ਬਿੱਲ 2021 ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਵਰਤਮਾਨ ਨੇ ਉਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ, ਉਹ ਇੱਕੋ ਗੱਲ ਦੇ ਉੱਤੇ ਜ਼ੋਰ ਦਿੰਦੇ ਹੁੰਦੇ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ, ਸੂਬਿਆਂ ਦੀਆਂ ਸਰਕਾਰਾਂ ਦੇ ਕੋਲੇ ਤਾਕਤਾਂ ਵੱਧ ਹੋਣੀਆਂ ਚਾਹੀਦੀਆਂ, ਕੇਂਦਰ ਨੂੰ ਉਹਨਾਂ ਦੇ ਉੱਤੇ ਜਕੜ ਪੰਜਾ ਨਹੀਂ ਰੱਖਣਾ ਚਾਹੀਦਾ। ਪਰ ਜਦੋਂ ਹੁਣ ਉਹ ਕੇਂਦਰ ਦੇ ਵਿੱਚ ਨੇ, ਜਦੋਂ ਉਹ ਪ੍ਰਧਾਨ ਮੰਤਰੀ ਨੇ, ਤਾਂ ਸੂਬਿਆਂ ਦੀਆਂ ਤਾਕਤਾਂ ਖੋਹਣ ਲੱਗੇ ਹੋਏ ਆ, ਜਿਹਦੇ ਕਰਕੇ ਸਵਾਲ ਦਰ ਸਵਾਲ ਉੱਠਦੇ ਆ। ਬਹੁਤ ਸਾਰੇ ਸੂਬਿਆਂ ਨੇ ਹੁਣ ਤੱਕ ਇਹ ਗੱਲ ਕਹੀ ਹੈ ਵੀ ਜਾਂ ਤਾਂ ਤੁਹਾਨੂੰ ਖੁਦ ਮੁਖਤਿਆਰੀ ਦਿਓ, ਤੇ ਜਾਂ ਫਿਰ ਸਾਨੂੰ ਵੱਡੇ ਆਰਥਿਕ ਪੈਕੇਜ ਦਿਓ, ਤੇ ਜਾਂ ਫਿਰ ਸਾਨੂੰ ਆਪਣੀਆਂ ਤਾਕਤਾਂ ਦਾ ਆਪੇ ਇਸਤੇਮਾਲ ਕਰਨ ਦਿਓ। ਪਰ ਇੱਦਾਂ ਦਾ ਕੁਝ ਹੁੰਦਾ ਨਹੀਂ। ਖਾਸ ਕਰਕੇ ਦਿੱਲੀ ਦੇ ਵਿੱਚ ਤਾਂ ਖੰਭ ਕੁਤਰਨ ਦੀ ਕੋਸ਼ਿਸ਼ ਸਮੇਂ-ਸਮੇਂ ਦੇ ਉੱਤੇ ਕੀਤੀ ਗਈ ਹੈ। ਤੇ ਜਿਹੜਾ ਇਹ ਨਵਾਂ ਬਿੱਲ ਲੈ ਕੇ ਆਂਦਾ ਗਿਆ, ਇਹਦੇ ਨਾਲ ਦਿੱਲੀ ਦੀ ਸਰਕਾਰ ਦੀਆਂ ਤਾਕਤਾਂ ਸੀਮਤ ਹੋ ਕੇ ਰਹਿ ਜਾਂਦੀਆਂ। ਵੈਸੇ ਵੀ ਮੁਕੰਮਲ ਪਹਿਲਾਂ ਨਹੀਂ ਸੀ। ਪੁਲਿਸ ਆ ਜਿਹੜੀ ਉਹ ਦਿੱਲੀ ਦੀ ਸਰਕਾਰ ਦੇ ਕੋਲੇ ਨਹੀਂ। ਹੋਰ ਬਹੁਤ ਸਾਰੀਆਂ ਗੱਲਾਂ ਜਿਹਦੇ ਕਰਕੇ ਕਦੇ ਨਜੀਬ ਜੰਗ ਦੇ ਨਾਲ, ਕਦੇ ਕਿਸੇ ਉਪ ਰਾਜਪਾਲ ਦੇ ਨਾਲ
ਕੇਜਰੀਵਾਲ ਹੋਰਾਂ ਨਾਲ ਪੱਗਾ ਪਿਆ ਰਿਹਾ। ਸੋ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਨਵੇਂ ਮਾਮਲੇ ਸਾਹਮਣੇ ਆਏ ਉੱਭਰ ਕੇ। ਪਰ ਹੁਣ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਇੱਕ ਪਾਸੜ ਦੀ ਗੱਲ ਕਰ ਦਿੱਤੀ ਗਈ ਹੈ ਤੇ ਦਿੱਲੀ ਦੀ ਸਰਕਾਰ ਦੀਆਂ ਤਾਕਤਾਂ ਬੌੜੀਆਂ ਕਰਕੇ ਰੱਖ ਦਿੱਤੀਆਂ ਗਈਆਂ, ਇਹ ਬਿੱਲ ਹੁਣ ਰਾਜ ਸਭਾ ਦੇ ਵਿੱਚ ਜਾਊਗਾ, ਉੱਥੇ ਪਾਸ ਹੋ ਜਾਣਾ, ਗੱਲ ਖਤਮ ਹੋ ਜਾਣੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋਰ ਹੋਣ ਦੀ ਸੰਭਾਵਨਾ ਜਿਹਦੇ ਬਾਬਤ ਅਸੀਂ ਅਚੰਭੇ ਦੇ ਵਿੱਚ ਰਹਿ ਸਕਦੇ ਹਾਂ। ਸੋ ਮਾਨਸਿਕ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।